ਤੇ ਜਿਹੜਾ ਚੰਡੀਗੜ੍ਹ ਤੋਂ ਬਰੈਂਪਟਨ ਆਂਦਾ ਉਹਨੂੰ ਤਾਂ ਫੀਲ ਹੀ ਨਹੀਂ ਹੋਏਗਾ ਕਿ ਮੈਂ ਬਾਹਰ ਆਇਆ। ਇੱਥੇ ਸਾਰੇ ਪੰਜਾਬੀ ਦਿਖਦੇ ਆ, ਬਸ ਲਾਈਕ ਇਦਾਂ ਕਰ ਦੋ ਕਿ ਚੰਡੀਗੜ੍ਹ ਦੇ ਵਿੱਚ ਥੋੜੇ ਜਿਹੇ ਗੋਰੇ ਐਡ ਕਰ ਦੋ ਐਸ ਕੰਪੇਅਰ ਟੂ ਉਹੀ ਸੇਮ ਚੀਜ਼ ਇੱਥੇ ਬਰੈਂਪਟਨ 'ਚ। Hello guys and welcome to Glide by Prep Eve. So today I have Satveer with me, Mr. Satveer Singh. So he is an international student who is joining the Conestoga College for September 2020 intake in Kitchener. So the story of Satveer is something like this, that he had already got his visa in March 2020 and he was waiting to travel for his May intake, but then we know what happened. He deferred his basically admission to September intake and finally got to travel in September by getting a travel support letter from the college. How he got it, how he didn't get it, forget it, right? This video is all about life in Canada as an international student in 2020. Okay, so we are going to discuss about two things. So in life, I believe all the problems revolve around two things: money and honey, right? So primarily we will talk about money, what is the cost of living, right? What is it all about, and some other emotional angles. Okay, so Satveer happens to be my long time friend as well. ਤਾਂ ਜਿਹੜੀ ਆ ਵਾਲੀ ਵੀਡੀਓ ਪੰਜਾਬੀ ਹਿੰਦੀ 'ਚ ਰਹੇਗੀ, ਮੈਂ ਇਹਦੇ ਨਾਲ ਇੰਗਲਿਸ਼ 'ਚ ਤਾਂ ਗੱਲ ਕਰ ਨਹੀਂ ਸਕਦਾ, ਰਾਈਟ? ਇਫ ਆਈ ਵਿਲ ਸਟਾਰਟ ਟਾਕਿੰਗ ਟੂ ਹਿਮ ਇਨ ਇੰਗਲਿਸ਼, ਆਪਾਂ ਤੋਂ ਗੱਲ ਹੀ ਨਹੀਂ ਹੋਣੀ, ਆਪਾਂ ਇੱਕ ਦੂਜੇ ਨੂੰ ਦੇਖ ਕੇ ਹੱਸ ਪਾਵਾਂਗੇ, ਰਾਈਟ? ਓਕੇ, ਸੋ ਹਾਂਜੀ ਸਤਵੀਰ, ਕੀ ਹਾਲ ਚਾਲ ਹੈ? ਵਧੀਆ ਬ్రో, ਵਧੀਆ। ਤੁਸੀਂ ਦੱਸੋ ਕਿੱਦਾਂ? ਵਧੀਆ ਵਧੀਆ ਵਧੀਆ, ਆਲ ਗੁੱਡ। ਹਾਂਜੀ ਸਤਵੀਰ, ਸੋ ਤੁਸੀਂ ਇਸ ਟਾਈਮ ਕਿੱਥੇ ਹੋ? ਮੈਂ ਇਸ ਟਾਈਮ ਯਾਰ ਮੈਂ ਮਤਲਬ ਬੇਸਿਕਲੀ ਇੱਥੇ 24 ਨੂੰ ਆਇਆ ਸੀਗਾ ਤੇ ਇਸ ਟਾਈਮ ਮੈਂ ਆਪਣੇ ਇੱਕ ਫਰੈਂਡ ਦੇ ਥਰੂ ਆਪਣੀ ਬੇਸਮੈਂਟ ਲਿੱਤੀ ਸੀਗੀ, ਜੋ ਕਿ ਮੈਨੂੰ ਬਹੁਤ ਚੀਪ ਪਈ ਸੀਗੀ ਐਜ਼ ਕੰਪੇਅਰ ਟੂ Airbnb ਔਰ ਹੋਟਲਸ, ਕਿਉਂਕਿ ਆਪਾਂ ਨੂੰ 14 ਦਿਨ ਕੁਆਰੰਟਾਈਨ ਕਰਨੇ ਜ਼ਰੂਰੀ ਹੁੰਦੇ ਹੈ ਤੇ ਉਸ ਵਾਸਤੇ ਇੱਥੇ ਮੈਨੂੰ ਬੇਸਮੈਂਟ ਮੇਰੇ ਫਰੈਂਡ ਨੇ ਅਰਾਊਂਡ $500 ਦੀ ਕੋਸਟ ਦੇ ਵਿੱਚ ਦਵਾਤੀ ਸੀਗੀ। ਤੇ ਉਹ ਐਜ਼ ਕੰਪੇਅਰ ਟੂ Airbnb, ਅਗਰ ਆਪਾਂ Airbnb ਦੇ ਵਿੱਚ ਰੂਮ ਵਗੈਰਾ ਲੈਂਦੇ ਆ ਕੁਆਰੰਟਾਈਨ ਵਾਸਤੇ, ਆਪਾਂ ਨੂੰ $700-800 ਦਾ ਪੈਂਦਾ। ਸੋ ਮਤਲਬ ਜੇ ਤੁਹਾਡੇ ਕੋਈ ਇੱਥੇ ਕੈਨੇਡਾ 'ਚ ਲਿੰਕ ਹੈਗੇ ਆ ਤਾਂ ਉਹਨਾਂ ਨੂੰ ਤੁਸੀਂ ਬੋਲ ਸਕਦੇ ਹੋ ਕਿ ਬਈ ਮੇਰੇ ਵਾਸਤੇ ਬੇਸਮੈਂਟ ਲੱਭ ਕੇ ਰੱਖੋ ਜਾਂ ਕੋਈ ਵੀ ਪ੍ਰਾਈਵੇਟ ਰੂਮ ਲੱਭ ਕੇ ਰੱਖੋ ਜਿਹਦੇ ਵਿੱਚ ਮੈਂ ਕੁਆਰੰਟਾਈਨ ਕਰ ਲਾਂ 14 ਡੇਜ਼ ਵਾਸਤੇ। ਤਾਂ ਬੇਸਿਕਲੀ ਹਾਲੀ ਮੇਰੇ $500 ਮੈਂ ਬੇਸਮੈਂਟ ਵਾਸਤੇ ਕੁਆਰੰਟਾਈਨ ਵਾਸਤੇ ਦਿੱਤੇ ਸੀਗੇ ਬੇਸਮੈਂਟ ਦੇ। ਓਕੇ, ਤੇ ਸਤਵੀਰ ਹੁਣ ਤੁਸੀਂ ਰਿਸਰਚ ਕਰ ਰਹੇ ਹੋਣੇ ਹੋ, ਰਾਈਟ? ਯੂ ਮਸਟ ਬੀ ਸਰਚਿੰਗ ਫॉर ਅਪਾਰਟਮੈਂਟਸ, ਯੂ ਮਸਟ ਬੀ ਸਰਚਿੰਗ ਫॉर ਅਕੋਮੋਡੇਸ਼ਨ, ਰੂਮ ਐਂਡ ਆਲ ਦੋਸ ਥਿੰਗਸ। ਸੋ ਜਿਹੜੀ ਵੀਡੀਓ ਹੈ, ਵੀ ਵਿਲ ਬੀ ਪੋਸਟਿੰਗ ਦਿਸ ਵੀਡੀਓ ਔਨ 7th of September 2020. The 7th September 2020, what is the cost of living in Canada? You're in Brampton right now, right? Yeah. ਤਾਂ ਓਨਟਾਰੀਓ ਮੈਨੂੰ ਲੱਗਦਾ ਪੂਰਾ ਓਵਰਆਲ ਓਨਟਾਰੀਓ ਇੱਕ ਹੀ ਗੱਲ ਚੱਲਦੀ ਹੈ, ਰਾਈਟ? ਸੋ ਓਨਟਾਰੀਓ, ਬ੍ਰੈਂਪਟਨ, ਕਿਚਨਰ, ਵਾਟਰਲੂ, ਆਹ ਵਾਲੇ ਜਿਹੜਾ ਏਰੀਆ ਹੈ, ਵਾਟ ਇਜ਼ ਦ ਕਾਸਟ? ਸਾਰੇ ਲਾਗ ਹੀ ਆ ਏਰੀਆ, ਇੰਨੇ ਜ਼ਿਆਦਾ ਦੂਰ ਨਹੀਂ ਹੈਗੇ, ਲਾਈਕ 3-4 ਘੰਟੇ ਦੀ ਟਰੈਵਲਿੰਗ ਹੈ ਤੇ ਇੱਥੇ ਟਰੈਵਲਿੰਗ ਵੀ ਮਤਲਬ ਬੇਸਿਕਲੀ ਇੰਡੀਆ ਵਰਗੀ ਨਹੀਂ ਹੈਗੀ। ਜੇ ਡਿਸਟੈਂਸ ਜ਼ਿਆਦਾ ਤਾਂ ਉਹ ਟਰੈਵਲਿੰਗ ਵੀ ਬਹੁਤ ਜਲਦੀ ਕਵਰ ਹੋ ਜਾਂਦੀ ਹੈ ਕਿਉਂਕਿ ਇੱਥੇ ਸੜਕਾਂ ਖੁੱਲੀਆਂ ਨੇ ਤੇ ਮਤਲਬ ਈਜ਼ੀ ਹੈ, ਸਭ ਕੁਝ ਈਜ਼ੀ ਹੈ। ਤੇ ਬੇਸਿਕਲੀ ਮੈਂ ਬਰੈਂਪਟਨ 'ਚ ਰਹਿ ਰਿਹਾ ਜਿਵੇਂ, ਤਾਂ ਇੱਥੇ ਆਪਾਂ ਨੂੰ ਜੇ ਤੁਸੀਂ ਪੰਜਾਬੀ ਹੋ, ਪੰਜਾਬੀ ਫੂਡ ਵਗੈਰਾ ਦਾ, ਤੇ ਉਸ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣੀ ਹੈਗੀ ਉਸ ਚੀਜ਼ ਦੇ ਵਿੱਚ। ਤਾਂ ਇੱਥੇ ਮਤਲਬ ਕਿ ਬਿਲਕੁਲ ਓਕੇ ਹੈ। ਤੁਸੀਂ ਟਿਫਨ ਸਰਵਿਸ ਯੂਜ਼ ਕਰ ਸਕਦੇ ਹੋ। ਟਿਫਨ ਸਰਵਿਸ ਦੀ ਕੋਸਟ ਇੱਥੇ ਮੰਥਲੀ $200 ਪੈਂਦੀ ਹੈ, ਜੋ ਕਿ ਮੈਂ ਆਪਣੀ 15 ਡੇਜ਼ ਵਾਸਤੇ ਲਈ ਸੀਗੀ ਕੁਆਰੰਟਾਈਨ ਪੀਰੀਅਡਸ ਵਾਸਤੇ, ਕਿਉਂਕਿ ਇੱਥੇ ਕਿਸੇ ਕੋਲ ਟਾਈਮ ਨਹੀਂ ਹੈਗਾ ਕੁੱਕ ਕਰਨ ਦਾ। ਤਾਂ ਬੇਸਿਕਲੀ ਉਹ ਸਭ ਤੋਂ ਈਜ਼ੀ ਹੁੰਦਾ ਤੇ ਉਹ ਮੈਨੂੰ $100 ਦੀ ਪਈ ਸੀਗੀ 15 ਡੇਜ਼ ਦੀ। ਤੇ ਹੁਣ ਫਿਰ ਮੈਂ ਵਿੱਚ ਆਪਣੇ ਕੁਆਰੰਟਾਈਨ ਪੀਰੀਅਡਸ ਦੇ ਵਿੱਚ ਮੈਂ ਆਪਣੇ ਵਾਸਤੇ ਰੂਮ ਫਾਈਂਡ ਕਰ ਰਿਹਾ ਸੀਗਾ ਤੇ ਅਸੀਂ ਬੇਸਿਕਲੀ 4 ਬੰਦੇ ਆਏ ਸੀਗੇ ਤੇ ਮੇਰੀ ਕਲਾਸ ਦੇ ਹੀ ਹੈ 3 ਬੰਦੇ, ਤੇ ਅਸੀਂ ਚਾਰੋਂ ਜਣੇ ਇਕੱਠੇ ਹੋ ਕੇ ਇੱਕ ਰੂਮ ਫਾਈਂਡ ਕਰ ਰਹੇ ਹਾਂ ਤੇ ਅਸੀਂ ਇੱਕ ਬੇਸਮੈਂਟ ਦੇਖੀ ਹੈ ਜੋ ਸਾਨੂੰ ਕੋਸਟ ਕਰ ਰਹੀ ਹੈ $1,500 ਵਿਦ ਆਲ ਯੂਟਿਲਿਟੀਜ਼, ਤੇ ਉਹ ਆਪਾਂ ਨੂੰ ਪਰ ਹੈਡ 375 ਪਏਗੀ ਵਿਦ ਆਲ ਯੂਟਿਲਿਟੀਜ਼, ਜੋ ਕਿ ਮੇਰੇ ਹਿਸਾਬ ਨਾਲ ਇੱਕ ਬਰੈਂਪਟਨ ਦੇ ਵਿੱਚ ਇਸ ਰੇਂਜ ਦੇ ਵਿੱਚ ਮਿਲਣਾ ਪੋਸੀਬਲ ਹੈ। 375 to 450 ਤੁਹਾਨੂੰ ਸ਼ੇਅਰਿੰਗ ਦੇ ਵਿੱਚ ਰੂਮ ਮਿਲ ਜਾਂਦਾ। ਅਗਰ ਤੁਸੀਂ ਪ੍ਰਾਈਵੇਟ ਰੂਮ ਲੈਣਾ ਤਾਂ 550 to 600 ਲੱਗਦੇ ਆ ਮੰਥਲੀ। ਤਾਂ ਜਿਵੇਂ ਆਪਾਂ ਨਵੇਂ ਸਟੂਡੈਂਟ ਆਉਂਦੇ ਤਾਂ ਮੈਂ ਪ੍ਰੈਫਰ ਕਰਾਂਗਾ ਸਭ ਨੂੰ ਕਿ 1-2 ਮਹੀਨਾ ਸ਼ੇਅਰਿੰਗ 'ਚ ਰਹੋ, ਫਿਰ ਜਿਵੇਂ ਤੁਹਾਨੂੰ ਜੋਬ ਵਗੈਰਾ ਮਿਲ ਜਾਂਦੀ ਹੈ, ਥੋੜੀ ਅਰਨਿੰਗ ਸਟਾਰਟ ਹੋ ਜਾਂਦੀ ਹੈ, ਫਿਰ ਤੁਸੀਂ ਆਪਣਾ ਸਿੰਗਲ ਅਪਾਰਟਮੈਂਟ ਵੀ ਦੇਖ ਸਕਦੇ ਹੋ।
okay. So 370 ਤੇ ਇਹ ਲੱਭਣ ਵਾਸਤੇ ਆਪਾਂ ਨੂੰ ਇੱਕ Kijiji ਐਪ ਹੈ ਤੇ Facebook ਮਾਰਕੀਟ ਪਲੇਸ ਹੈ, ਉੱਥੇ ਲੋਕ ਪੋਸਟ ਪਾ ਦਿੰਦੇ ਆ। ਤੇ ਮੋਰਓਵਰ ਇਨ ਬਰੈਂਪਟਨ ਤਾਂ ਇੱਥੇ ਤਾਂ ਆਪਣੇ ਕੋਲ ਜਿਵੇਂ ਸਬਜ਼ੀ ਮੰਡੀ ਹੋ ਗਿਆ, ਉੱਥੇ ਐਡਵਰਟਾਈਜ਼ਮੈਂਟ ਲੱਗੀ ਹੁੰਦੀ ਹੈ, ਤੇ ਗੁਰਦੁਆਰੇ 'ਚ ਜਾਓ ਉੱਥੇ ਐਡਵਰਟਾਈਜ਼ਮੈਂਟ ਲੱਗੀ ਹੁੰਦੀ ਹੈ। ਤੇ ਇਹ ਜਦੋਂ ਤੁਸੀਂ ਆਓਗੇ, ਤੁਸੀਂ ਮਤਲਬ ਥੋੜਾ ਜਿਹਾ ਐਕਸਪਲੋਰ ਕਰੋਗੇ, ਤੁਹਾਨੂੰ ਐਡਵਰਟਾਈਜ਼ਮੈਂਟ ਵਗੈਰਾ ਉੱਥੇ ਦਿਖਣਗੀਆਂ, ਉਹਨਾਂ ਓਨਰਸ ਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ, ਤਾਂ ਤੁਹਾਡੇ ਬ੍ਰੋਕਰ ਚਾਰਜਿਸ ਵੀ ਬਚ ਜਾਣਗੇ। ਵੈਸੇ ਤੁਹਾਨੂੰ ਲਾਈਕ ਜੇ ਆਪਾਂ ਫੇਸਬੁੱਕ ਮਾਰਕੀਟ ਪਲੇਸ ਤੋਂ ਵੀ ਲੱਭਦੇ ਆ ਤਾਂ ਉੱਥੇ ਜ਼ਿਆਦਾਤਰ ਐਡਸ ਬ੍ਰੋਕਰ ਨੇ ਪਾਈਆਂ ਹੁੰਦੀਆਂ, ਤਾਂ ਉਹ ਆਪਣੇ ਤੋਂ ਥੋੜੇ ਬਹੁਤੇ ਚਾਰਜਿਸ ਲੈਂਦੇ ਆ। Okay, understood. ठीक है. So ਜਿਹੜੀ ਮੈਂ like the things that I'm able to understand, number one ਜਿਹੜੀ accommodation ਹੈ 350 400 350 450 if you are living in sharing basement, right? And I think this is going to be the same for Kitchener, Waterloo and Brampton. Kitchener, Waterloo ਥੋੜਾ ਸਸਤਾ ਹੈ। ਜੇ ਤੁਸੀਂ ਇੱਥੇ 350 ਜਿਹੜੇ ਅਪਾਰਟਮੈਂਟ ਦਾ ਪੇ ਕਰ ਰਹੇ ਹੋ, ਉੱਥੇ ਤੁਹਾਨੂੰ ਉਦਾਂ ਦਾ ਅਪਾਰਟਮੈਂਟ $300 ਚ ਮਿਲ ਜਾਂਦਾ। ਮਤਲਬ ਇੱਥੇ ਬੇਸਿਕਲੀ ਇਦਾਂ ਹੁੰਦਾ ਕਿ ਆਪਾਂ ਨੂੰ ਫਰਸਟ ਐਂਡ ਲਾਸਟ ਰੈਂਟ ਦੇਣਾ ਪੈਂਦਾ ਜਦੋਂ ਆਪਾਂ ਨੇ ਮੂਵ ਕਰਨਾ, ਤਾਂ ਉਸ ਵਾਸਤੇ ਲਾਈਕ ਇੱਥੇ ਆਪਾਂ 700 ਦਿੰਦੇ ਆ, ਉੱਥੇ 600 ਦੇ ਵਿੱਚ ਸਰ ਜਾਂਦਾ ਫਰਸਟ ਐਂਡ ਲਾਸਟ। 10% less, let's say 10% less. Okay. ਤੇ ਉੱਥੇ ਕੰਮ ਥੋੜਾ ਜਿਹਾ ਐਜ਼ ਕੰਪੇਅਰ ਟੂ ਬਰੈਂਪਟਨ ਦੇ ਵਿੱਚ, ਬਰੈਂਪਟਨ ਹਬ ਮੰਨਿਆ ਜਾਂਦਾ ਕੰਮ ਵਾਸਤੇ, ਤੇ ਇੱਥੇ ਇੰਡਸਟਰੀਜ਼ ਵਗੈਰਾ ਬਹੁਤ ਨੇ, ਲਾਈਕ ਫੈਕਟਰੀਜ਼ ਵਗੈਰਾ ਦੇ ਵਿੱਚ ਆਪਾਂ ਨੂੰ ਈਜ਼ੀਲੀ ਕੰਮ ਮਿਲ ਜਾਂਦਾ। ਤੇ ਉੱਥੇ ਵਾਟਰਲੂ ਹੋਰ ਕਿਚਨਰ ਦੇ ਵਿੱਚ ਆਪਾਂ ਨੂੰ ਕੰਮ ਦੀ ਥੋੜੀ ਜਿਹੀ ਸ਼ੋਰਟੇਜ ਆਉਂਦੀ ਹੈ, ਤਾਂ ਆਪਾਂ ਨੂੰ 2-4 ਮਹੀਨੇ ਲੱਗ ਜਾਂਦੇ ਆ ਕੰਮ ਲੱਭਣ ਨੂੰ। ਬਟ ਬਰੈਂਪਟਨ ਦੇ ਵਿੱਚ ਸਾਨੂੰ ਵਿਦਿਨ 10 days 15 days ਤੁਹਾਨੂੰ ਈਜ਼ੀਲੀ ਕੰਮ ਮਿਲ ਜਾਂਦਾ। ਓਕੇ, ਤੇ ਜਿੰਨੇ ਵੀ ਸਟੂਡੈਂਟ ਹੈ ਜਿਹੜੇ ਹੁਣ ਲਾਈਕ ਆਲ ਦ ਪੀਪਲ ਆਰ ਜੁਆਇਨਿੰਗ ਫॉर ਸੈਪਟੈਂਬਰ ਇਨਟੇਕ, ਤਾਂ ਉਹ ਬਰੈਂਪਟਨ ਜਾ ਸਕਦੇ ਆ, ਆਰਾਮ ਨਾਲ ਆਨਲਾਈਨ ਕਲਾਸਿਸ ਲਾ ਸਕਦੇ ਆ, ਰਾਈਟ? ਆਨਲਾਈਨ ਕਲਾਸਿਸ ਕਰਕੇ ਆਪਾਂ ਇੱਥੇ ਬਰੈਂਪਟਨ ਦੇ ਵਿੱਚ ਇੱਕ ਸਮੈਸਟਰ ਆਪਣਾ ਆਨਲਾਈਨ ਲੱਗਣਾ, ਤਾਂ ਬੇਸਿਕਲੀ ਮੈਂ ਤਾਂ ਸਭ ਨੂੰ ਇਦਾਂ ਹੀ ਬੋਲਾਂਗਾ ਕਿ ਤੁਸੀਂ ਹੁਣ ਆਉਂਦੇ ਹੋ ਬਰੈਂਪਟਨ ਆਓ, ਤੇ ਉਸ ਤੋਂ ਬਾਅਦ ਤੁਸੀਂ ਜਿੱਥੇ ਤੁਹਾਡਾ ਕਾਲਜ ਹੈ ਉਸ ਪਲੇਸ ਤੇ ਜਾ ਕੇ ਮੂਵ ਕਰ ਜਾਓ। Okay, all right, ਠੀਕ ਹੈ। ਤਾਂ ਸਤਵੀਰ, now moving on to the second side of things, right? Before that, let me summarize. ਤਾਂ ਤੁਸੀਂ ਕਹਿ ਰਹੇ ਹੋ that around 300 to 450 depending upon like you're in Kitchener, Waterloo or in Brampton, this is how much it is going to cost you, right? So the ਜਿਹੜੇ ਲੋਕੀ ਮੈਨੂੰ ਲੱਗਦਾ the people who have their colleges in Toronto, they stay in Mississauga area, I believe, right? So ਉਹਨਾਂ ਦਾ ਵੀ ਇੰਨਾ ਹੀ ਪਏਗਾ। Let's say that this is the rate for sharing. Brampton, Mississauga ਬਿਲਕੁਲ ਲਾਈਕ ਜਿਵੇਂ ਆਪਣੇ ਬਿਲਕੁਲ ਦੋਨੋਂ ਆਪਸ ਦੇ ਵਿੱਚ ਨੇਬਰਸ ਟਾਈਪ ਹੀ ਹੈ, ਤਾਂ ਦੋਨਾਂ ਦੀ ਕੋਸਟ ਬਿਲਕੁਲ ਆਲਮੋਸਟ ਸੇਮ ਹੈ। ਥੋੜਾ ਬਹੁਤਾ ਫਰਕ ਹੁੰਦਾ, ਉਹ ਤੁਸੀਂ ਜਦ ਇੱਧਰ ਆਓਗੇ ਨਾ ਬੋਦਰ ਵੀ ਨਹੀਂ ਕਰੋਗੇ। All right, okay. And we say 600 650 for like if you want to stay individually, and for groceries, so you know you must have groceries ਵਗੈਰਾ ਇੱਥੇ ਲਾਈਕ ਇੰਡੀਆ ਤੋਂ ਤਾਂ ਕੋਸਟਲੀ ਨੇ, ਬਟ ਫਿਰ ਵੀ ਜੇ ਤੁਸੀਂ ਇੱਧਰ ਦੇ ਹਿਸਾਬ ਨਾਲ ਦੇਖੋ ਤੁਹਾਨੂੰ ਠੀਕ ਰੇਟ ਤੇ ਮਿਲ ਜਾਂਦੀਆਂ। ਤੇ ਆਪਣਾ ਆਪਣੀ ਵੀਕ ਦੀ ਮੈਂ ਦੱਸਦਾ, ਆਪਣੀ ਵੀਕ ਦੀ ਕੋਸਟ ਆ ਜਾਂਦੀ ਹੈ 75 ਟੂ ਲਾਈਕ ਅਗਰ ਤੁਸੀਂ ਮੰਥ ਦੀ ਗਰੋਸਰੀ ਕਰਨੀ ਹੈ, ਤਾਂ ਅਗਰ ਤੁਸੀਂ ਇਕੱਠੀ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਅਪਰੋਕਸੀਮੇਟਲੀ 200 ਤੋਂ 250 ਦੇ ਵਿੱਚ ਪਹਿਲੀ ਗਰੋਸਰੀ ਹੋਏਗੀ, ਕਿਉਂਕਿ ਆਪਾਂ ਨੇ ਹਰੇਕ ਚੀਜ਼ ਲੈਣੀ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਤੁਹਾਡੀ ਰੂਟੀਨ ਦੇ ਵਿੱਚ ਗਰੋਸਰੀ ਹੋਣਗੀ ਤਾਂ ਉਹ 150 ਤੱਕ ਰਹਿ ਜਾਂਦੀ ਹੈ, ਅਗਰ ਤੁਸੀਂ ਬਿਲਕੁਲ ਖੁੱਲਾ ਖਰਚਾ ਕਰ ਰਹੇ ਹੋ ਤੇ ਸ਼ੇਅਰਿੰਗ ਦੇ ਵਿੱਚ ਰਹਿ ਰਹੇ ਹੋ। ਅਗਰ ਤੁਸੀਂ ਇੰਡੀਵਿਜੂਅਲੀ ਗਰੋਸਰੀ ਕਰਨੀ ਹੈ ਤਾਂ ਥੋੜੀ ਜਿਹੀ $20-25-30 ਮਹਿੰਗੀ ਪਏਗੀ। ਠੀਕ ਹੈ, ਤੇ ਨਾਲੇ ਆਪਾਂ ਪੰਜਾਬੀ ਆਪਣਾ ਇੱਕ ਬੜਾ ਮੈਂਡੇਟਰੀ ਖਰਚਾ ਆਈਫੋਨ ਦਾ, ਰਾਈਟ? ਤਾਂ ਆਈਫੋਨ ਕਿੱਥੇ ਦਾ ਪਏ? ਆਈਫੋਨ ਦਾ ਖਰਚਾ ਇਦਾਂ ਕਿ ਇੱਥੇ ਪਲਾਨ ਚੱਲਦੇ ਆ ਕੰਪਨੀਜ਼ ਨਾਲ, ਫਰੀडम ਹੋ ਗਈ, ਫਰੀडम ਸਭ ਤੋਂ ਚੀਪ ਹੈ ਇੱਥੇ, ਤੇ ਉਸਦਾ ਆਈਫੋਨ 11 Pro ਉਹ ਜਿਹੜਾ ਉਹਦਾ ਖਰਚਾ ਆ ਜਾਂਦਾ ਕਿ ਆਪਣਾ ਅਪਰੋਕਸੀਮੇਟਲੀ 125 ਆਂਦਾ, ਵਿਦ ਆਪਣੀ ਕੋਲਿੰਗ ਵਗੈਰਾ ਫ੍ਰੀ ਹੁੰਦੀ ਹੈ, ਇੰਟਰਨੈਟ ਹੁੰਦਾ ਉਹਦੇ ਵਿੱਚ, 8GB। ਇੱਥੇ 8GB ਵੀ ਮੁੱਕਦਾ ਨਹੀਂ ਹੈਗਾ ਮਹੀਨੇ ਦਾ, ਕਿਉਂਕਿ ਇੱਥੇ ਤੁਸੀਂ ਇੰਨੇ ਬਿਜ਼ੀ ਹੋ ਜਾਂਦੇ ਹੋ ਕਿ ਬ੍ਰੇਕਫਾਸਟ ਵੀ ਆਪਣੇ ਆਪ ਬਣਾਉਣਾ, ਲੰਚ ਵੀ ਬਣਾਉਣਾ, ਡਿਨਰ ਵੀ ਬਣਾਉਣਾ, ਫਿਰ ਤੁਸੀਂ ਕੰਮ ਵੀ ਕਰਨਾ, ਫਿਰ ਕਲਾਸਿਸ ਵੀ ਲਾਣੀਆਂ, ਤਾਂ ਉਹ 8GB ਆਪਣੇ ਇੰਡੀਆ ਵਾਂਗੂ ਨਹੀਂ ਹੈਗਾ ਕਿ ਆਪਣਾ 30GB ਹੈ ਮੰਥ ਦਾ ਮਿਲ ਰਿਹਾ ਤੇ ਉਹ ਖਤਮ ਹੋ ਰਿਹਾ। ਇੱਥੇ ਇਦਾਂ ਦੀ ਸੀਨ ਨਹੀਂ ਹੈ ਕਿ 8GB ਦੇ ਵਿੱਚ ਵੀ ਤੁਸੀਂ 2-3GB ਹੀ ਯੂਜ਼ ਕਰ ਪਾਓਗੇ ਅਗਰ ਤੁਸੀਂ ਚੰਗੇ ਵੇ ਨਾਲ ਟਾਈਮ ਯੂਟੀਲਾਈਜ਼ ਕਰ ਰਹੇ ਹੋ, ਕਿਉਂਕਿ ਹਰੇਕ ਦੇ ਘਰ ਇੱਥੇ ਵਾਈਫਾਈ ਹੈ ਤੇ ਆਪਾਂ ਜਾਂਦੇ ਆ ਤੇ ਉੱਥੇ ਵਾਈਫਾਈ ਕਨੈਕਟ ਕਰ ਲੈਂਦੇ ਆ। ਓਕੇ, ਪਰਫੈਕਟ, ਠੀਕ ਹੈ। ਤਾਂ ਸਤਵੀਰ, ਪਾਰਟ ਟਾਈਮ ਜੌਬਸ ਦਾ ਕੀ ਸਟੇਟਸ ਹੈ ਇਸ ਟਾਈਮ? ਮੰਨ ਲਓ ਪਾਰਟ ਟਾਈਮ ਜੌਬਸ ਲੱਭਣ ਵਾਸਤੇ ਸਭ ਤੋਂ ਬੈਸਟ ਵੇ ਹੈਗਾ ਫੇਸਬੁੱਕ ਮਾਰਕੀਟ ਪਲੇਸ ਹੈ, ਤੇ ਆਪਣਾ ਉਹ ਮੈਂ ਉੱਥੇ ਤੋਂ ਆਪਣੇ ਰਿਜ਼ਿਊਮੇ ਵਗੈਰਾ ਭੇਜ ਰਿਹਾ ਸੀਗਾ ਤੇ ਉੱਥੇ ਤੋਂ ਰਿਸਪੌਂਸ ਆ ਰਹੇ ਹੈ, ਬਟ ਹਾਲੀ ਮਤਲਬ ਕਿ ਮੈਨੂੰ ਥੋੜੇ ਦਿਨ ਹੋਏ ਆ, ਮੇਰੀ ਹਾਲੀ ਸੈਟਿੰਗ ਹੋਈ ਨਹੀਂ ਹੈਗੀ ਚੱਜ ਨਾਲ, ਤਾਂ ਕਰਕੇ ਮੈਂ ਹਾਲੀ ਵਿਜ਼ਿਟ ਨਹੀਂ ਕਰ ਪਾਇਆ ਹੈਗਾ ਕੰਪਨੀਜ਼ ਨੂੰ। ਬਟ ਕੰਪਨੀਜ਼ ਦੇ ਜਿਵੇਂ ਏਜੰਸੀਜ਼ ਵਗੈਰਾ ਦੇ ਮੈਨੂੰ ਨੰਬਰ ਮਿਲ ਗਏ,
ਤੇ ਮੈਂ ਉਹਨਾਂ ਨਾਲ ਐਸ ਸੂਨ ਐਸ ਪੋਸੀਬਲ ਕੰਟੈਕਟ ਕਰਾਂਗਾ। ਜਿਹੜੇ ਟਿਪੀਕਲ ਇੱਕ ਮੰਨ ਲਓ ਟਿਪੀਕਲ ਸਟੂਡੈਂਟ ਹੈ ਜਿਹੜਾ ਪੰਜਾਬ ਤੋਂ, ਗੁਜਰਾਤ ਤੋਂ ਜਾਂ ਕਿਤੇ ਕੇਰਲਾ, ਆਂਧਰਾ ਪ੍ਰਦੇਸ਼ ਤੋਂ ਮੂਵ ਕੀਤਾ ਇੱਕ ਵਾਰ, ਰਾਈਟ, ਫॉर ਨਾਓ, ਤਾਂ what do you think, how much would that student earn typically in a month? ਅਗਰ ਤੁਸੀਂ ਬਰੈਂਪਟਨ 'ਚ ਰਹਿ ਰਹੇ ਹੋ, ਮਤਲਬ ਕਿ ਕੰਮ ਵੀ ਕਰ ਰਹੇ ਹੋ, ਪੜ੍ਹਾਈ ਵੀ ਕਰ ਰਹੇ ਹੋ, ਅਗਰ ਤੁਸੀਂ ਸਿੰਨ ਦੇ ਕੰਮ ਕਰ ਰਹੇ ਹੋ ਅਕੇਲਾ, ਤਾਂ ਸਿੰਨ ਤੇ ਤੁਸੀਂ ਇੱਥੇ $1200 ਮੰਥਲੀ ਈਜ਼ਲੀ ਬਣਾ ਲਓਗੇ ਬਰੈਂਪਟਨ ਦੇ ਵਿੱਚ ਰਹਿ ਕੇ। ਅਗਰ ਤੁਸੀਂ ਇਹੀ ਕਿਚਨਰ ਦੇ ਵਿੱਚ ਗੱਲ ਕਰਦੇ ਤਾਂ ਉੱਥੇ 800 ਰਹਿ ਜਾਂਦੇ ਆ। ਉੱਥੇ ਅਰਨਿੰਗ ਘੱਟ ਜਾਂਦੀ ਹੈ ਆਪਣੀ ਕਿਚਨਰ ਵਾਟਰਲੂ ਵਾਲੀ ਸਾਈਡ, ਬਿਕੋਜ਼ ਉਧਰ ਇੰਡਸਟਰੀ ਨਹੀਂ ਹੈਗੀ, ਤੁਹਾਨੂੰ ਫੈਕਟਰੀ ਵਰਕ ਨਹੀਂ ਮਿਲ ਸਕਦਾ। ਉਧਰ ਤੁਹਾਨੂੰ ਪੀਜ਼ਾ ਸਟੋਰ ਹੋ ਗਿਆ, ਪੈਟਰੋਲ ਪੰਪ ਹੋ ਗਿਆ, ਇਦਾਂ ਦੀ ਜਗ੍ਹਾ ਕੰਮ ਕਰਨਾ ਪੈਣਾ। ਤੇ ਇੱਥੇ ਆਪਾਂ ਨੂੰ ਫੈਕਟਰੀਜ਼ ਕਰਕੇ ਕੰਮ ਥੋੜਾ ਜਿਹਾ ਜ਼ਿਆਦਾ ਮਿਲ ਜਾਂਦਾ। ਤੇ ਇੱਥੇ ਥੋੜਾ ਜਿਹਾ ਵੇਜ ਰੇਟ ਵੀ ਲਾਈਕ ਬੇਸ ਵੇਜ ਰੇਟ ਹੈਗਾ $14, ਬਟ ਜਿਵੇਂ ਆਪਾਂ ਫੈਕਟਰੀ ਵਗੈਰਾ 'ਚ ਕੰਮ ਕਰਦੇ ਆ ਤਾਂ ਉੱਥੇ $16-17 ਆਪਾਂ ਨੂੰ ਦੇ ਦਿੰਦੇ ਆ। Okay. And the factories are more or less in this area itself, right? And I've also heard one thing that Brantford is a city which has a lot of industry, I guess, right? Yeah. But ਉੱਥੇ ਜ਼ਿਆਦਾ college ਹੈ ਨਹੀਂ, but ਮਤਲਬ ਜਿਹੜੀ like some students have given me this feedback that Brantford area jobs ਕਾਫੀ easily ਮਿਲ ਜਾਂਦੀਆਂ। ਬ੍ਰੈਂਡਫੋਰਡ ਵੀ ਮਿਲ ਜਾਂਦੀਆਂ, ਬਟ ਉਹ ਫਿਰ ਵੀ ਕਿਚਨਰ ਤੋਂ ਵੀ ਤੁਹਾਨੂੰ ਦੂਰ ਹੀ ਪਏਗਾ। 2 ਘੰਟੇ ਦਾ ਰਸਤਾ ਹੈਗਾ ਉੱਥੇ ਤੋਂ, ਕਿਚਨਰ ਤੋਂ ਵੀ। ਰੈਗੂਲਰ ਅਪ ਡਾਊਨ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ, difficult. Okay, all right. And obviously like a small advice from my side, from Team Glide and from Satveer as well, weekend ਹੀ ਕੰਮ ਕਰੋ, right? You don't have to work overnight. weekend ਹੀ ਕੰਮ ਕਰੋ, ਬਿਕੋਜ਼ ਤੁਸੀਂ ਕੈਸ਼ ਤੇ ਕੰਮ ਕਰੋਗੇ ਤਾਂ ਨਵੇਂ ਆਏ ਹੁੰਦੇ, ਆਪਾਂ ਨੂੰ ਹਾਲੇ ਕੋਈ ਅੰਦਾਜ਼ਾ ਵੀ ਨਹੀਂ ਹੁੰਦਾ। ਲਾਈਕ 2-3 ਮੰਥ ਗੁਜ਼ਾਰੋ ਇੱਥੇ ਦਾ, ਪਤਾ ਚੱਲੇਗਾ ਕਿ ਮਾਹੌਲ ਕੀ ਹੈ। ਉਸ ਤੋਂ ਬਾਅਦ ਤੁਸੀਂ ਜਾ ਕੇ ਕੈਸ਼ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਲਓ। ਐਸੇ ਮੈਂ ਤੁਹਾਨੂੰ ਦੱਸਦਾ, ਇੱਕ ਮੇਰਾ ਦੋਸਤ ਐਗਜ਼ਾਮਪਲ ਦੱਸ ਰਿਹਾ ਸੀਗਾ, ਉਹ ਕੈਸ਼ ਤੇ ਕੰਮ ਕਰਦਾ ਸੀਗਾ। ਉੱਥੇ ਲਾਈਕ ਰੇਟ ਟਾਈਪ ਪੈ ਗਿਆ ਛਾਪਾ, ਮਤਲਬ ਕਿ ਕੈਨੇਡਾ ਸਰਵਿਸ ਕੈਨੇਡਾ ਵਾਲੇ ਆ ਗਏ ਉੱਥੇ ਚੈੱਕ ਕਰਨ। ਤਾਂ ਉਹ ਬੇਸਿਕਲੀ ਕਿਆ ਕਰਦੇ ਆ, ਤੁਹਾਡੇ ਤੋਂ ਸਿਨ ਨੰਬਰ ਲੈ ਕੇ ਰੱਖ ਲੈਂਦੇ ਆ ਫੈਕਟਰੀਜ਼ ਵਾਲੇ। ਤਾਂ ਉਹ ਸਿਨ ਨੰਬਰ ਲੈ ਕੇ ਰੱਖ ਲੈਂਦੇ ਆ, ਤੇ ਜਿਵੇਂ ਕੋਈ ਰੇਡ ਵਾਲਾ ਆਉਂਦਾ ਨਾ, ਉਹਨਾਂ ਨੂੰ ਕਹਿ ਦਿੰਦੇ ਕਿ ਇਹਦੇ ਬੱਚੇ ਨੇ ਇਸੀ ਵੀਕ ਦੇ ਵਿੱਚ ਜੁਆਇਨ ਕੀਤਾ, ਤਾਂ ਇਹਦਾ ਹਾਲੀ ਪੇਰੋਲ ਅਸੀਂ ਬਣਾਵਾਂਗੇ। ਤਾਂ ਉਹ ਬਚਾ ਲੈਂਦੇ ਆ, ਬੇਸਿਕਲੀ ਉਹ ਹੈਲਪ ਕਰਦੇ ਆ ਆਪਣੀ ਜਿਹੜੀ ਏਜੰਸੀਜ਼ ਵਗੈਰਾ ਹੁੰਦੀਆਂ ਨਾ, ਆਪਣੇ ਤੋਂ ਸਿਨ ਨੰਬਰ ਵਗੈਰਾ ਆਪਣੇ ਤੋਂ ਆਲਰੇਡੀ ਕਲੈਕਟ ਕਰਿਆ ਹੁੰਦਾ, ਉਹ ਸਮਾਰਟ ਵੇ ਨਾਲ ਐਕਟ ਕਰਦੇ ਆ ਉੱਥੇ। But at the same time, advice would be avoid. ਹਾਂ, ਅਵੋਇਡ ਕਰਨਾ ਚਾਹੀਦਾ, ਬਿਕੋਜ਼ ਤੁਹਾਡੀ ਇਸ ਨਾਲ ਸਟੱਡੀਜ਼ ਵੀ ਖਰਾਬ ਹੋਣਗੇ। ਜਿਹੜਾ ਆਪਣਾ ਮੇਨ ਪਰਪਸ ਹੈ ਇੱਥੇ, ਆਪਣਾ ਮੇਨ ਪਰਪਸ ਤਾਂ ਇੱਥੇ ਪੜ੍ਹਾਈ ਹੀ ਕਰਨਾ ਹੈ, ਤਾਂ ਅਰਨਿੰਗ ਤਾਂ ਆਪਾਂ ਸਾਰੀ ਉਮਰ ਹੀ ਕਰਨੀ ਹੈ। ਲਾਈਕ 2 ਸਾਲ ਦੇ ਵਿੱਚ ਜਿਹੜੇ ਸਟੂਡੈਂਟਸ ਆਫਟਰ 10+2 ਜਾ ਰਹੇ ਆ, ਤਾਂ ਮੇਰੀ ਉਹਨਾਂ ਲਈ ਤੇ ਇੱਕ ਬੜੀ ਇੰਪੋਰਟੈਂਟ ਐਡਵਾਈਸ ਹੈ ਯਾਰ। ਜਦੋਂ ਤੁਸੀਂ ਜਾਂਦੇ ਹੋ ਨਾ, ਉੱਥੇ ਜਾ ਕੇ ਨਾ ਏਦਾਂ ਲੱਗਦਾ that when you earn your first $1, right, or when you earn the first $5, $10, $15, ਤਾਂ ਜਿਵੇਂ ਹੁੰਦਾ ਨਾ ਸ਼ੇਰ ਦੇ ਮੂੰਹ ਨੂੰ ਲਹੂ ਲੱਗ ਗਿਆ, right, that ਸ਼ੇਰ ਦੇ ਮੂੰਹ ਨੂੰ ਲਹੂ ਲੱਗ ਗਿਆ ਕਿ ਬਸ ਹੁਣ ਤਾਂ ਆਈ ਜਾਏ। ਨਹੀਂ, ਸਾਰੇ ਸਟੂਡੈਂਟਸ ਯਾਰ ਸੇਮ ਨਹੀਂ ਹੁੰਦੇ ਹੈਗੇ। ਕੁਝ ਸਟੂਡੈਂਟਸ ਇੱਥੇ ਕਾਫੀ ਸਿੰਸੀਅਰ ਵੀ ਆਉਂਦੇ ਆ, ਤੇ ਉਹ ਕਾਫੀ ਜ਼ਿਆਦਾ ਮਤਲਬ ਕਿ ਸੋਚ ਕੇ ਖਰਚਾ ਕਰਦੇ ਆ। ਮੈਂ ਇਦਾਂ ਨਹੀਂ ਕਹਿੰਦਾ ਕਿ 5 ਉਂਗਲੀਆਂ ਸੇਮ ਹੈ, ਬਟ ਕਾਫੀ ਜਿਹੜੇ ਗਲਤ ਕੰਮ ਕਰਦੇ ਆ ਉਹ ਬੇਸਿਕਲੀ ਛੋਟੇ ਹੀ ਬੱਚੇ ਹੁੰਦੇ ਆ, ਉਹਨਾਂ ਨੂੰ ਬੇਸਿਕਲੀ ਇੱਕਦਮ ਇੰਡੀਪੈਂਡੈਂਸ ਮਿਲ ਜਾਂਦੀ ਹੈ, ਤਾਂ ਕਰਕੇ ਉਹ ਪ੍ਰੋਬਲਮ ਆਉਂਦੀ। ਅਗਰ ਤੁਸੀਂ ਕੈਨੇਡਾ ਗਏ ਹੋ ਨਾ, ਹੁਣ ਤੁਸੀਂ ਸਾਰੀ ਉਮਰ ਲਈ ਗਏ ਹੋ, ਰਾਈਟ? ਹਾਂ, ਪੜ੍ਹਾਈ ਤੁਹਾਡੀ 2 ਸਾਲਾਂ ਦੀ ਹੈ, ਬਟ ਜਿਹੜੀ ਆ 2 ਸਾਲਾਂ ਦੀ ਪੜ੍ਹਾਈ ਹੈ ਨਾ, ਦਿਸ ਵਿਲ ਡਿਫਾਈਨ ਜਿਹੜੇ ਤੁਹਾਡੇ ਅਗਲੇ 40, 42, 45 ਸਾਲ ਹੈ, that how they are going to be, right? ਹੁਣੇ ਪੜ੍ਹ ਲਓ, ਆਪਣੇ ਸਕਿੱਲਸ ਡਿਵੈਲਪ ਕਰ ਲਓ, ਇੱਕ ਵਾਰੀ ਕਿਸੇ ਵਧੀਆ ਵਾਈਟ ਕਾਲਰ ਜੌਬ ਵਿੱਚ ਲੱਗ ਜਾਓ, ਉਹ ਜਿੰਨੇ ਕੋ ਡਾਲਰ ਤੁਸੀਂ ਉੱਥੇ 5 ਅਗਰ ਤੁਸੀਂ ਹੁਣ ਇੱਥੇ ਮਤਲਬ ਕਿ ਜੇ ਤੁਸੀਂ ਹੁਣ ਇੱਥੇ ਜੌਬਸ ਵਗੈਰਾ ਕਰਨ ਲੱਗ ਗਏ, ਤੁਹਾਡੀ ਪੜ੍ਹਾਈ ਖਰਾਬ ਹੋਏਗੀ, ਇੰਨਾ ਖਰਚਾ ਕਰਕੇ ਆਏ ਹੋਏ ਆ, ਉਹ ਵੀ ਚੀਜ਼ ਖਰਾਬ ਜਾਏਗੀ। ਤਾਂ ਬੇਸਿਕਲੀ ਮੇਰੀ ਤਾਂ ਐਡਵਾਈਸ ਇੱਦਾਂ ਹੀ ਰਹੇਗੀ ਕਿ ਤੁਸੀਂ ਸਿਨ ਤੇ ਕੰਮ ਕਰੋ, ਉਹਦੇ ਨਾਲ ਤੁਹਾਡਾ ਰੈਗੂਲਰਲੀ ਖਰਚਾ ਚੱਲ ਪਏਗਾ, ਤੇ ਤੁਸੀਂ ਮੰਥਲੀ $200-300 ਵੀ ਬਚਾ ਲਓਗੇ। ਉਹ ਬਚਾ ਕੇ ਤੁਸੀਂ, ਅਗਰ ਤੁਸੀਂ ਸਿਨ ਤੇ ਕੰਮ ਕਰ ਰਹੇ ਹੋ 200-300 ਵੀ ਬਚਾਉਂਦੇ, ਤਾਂ ਸਾਲ ਦੇ $3600 ਬਚਦੇ ਆ, 3600। ਔਰ ਤੁਹਾਡੇ ਨਾਲ GIC ਤਾਂ ਤੁਹਾਡੀ ਨਾਲ ਦੀ ਨਾਲ ਸੇਵ ਹੋ ਹੀ ਰਹੀ ਹੈ, ਕਿਉਂਕਿ ਜਿਹੜਾ ਤੁਸੀਂ ਸਟਾਰਟਿੰਗ ਦੇ ਵਿੱਚ ਇਨੀਸ਼ੀਅਲ ਘਰ ਤੋਂ ਖਰਚਾ ਲੈ ਕੇ ਆਂਦਾ ਬੱਚਾ, ਹਰੇਕ $1500-2000 ਤਾਂ ਮਿਨੀਮਮ ਲੈ ਕੇ ਹੀ ਆਂਦਾ, ਤੇ ਉਹਦੇ ਨਾਲ ਤੁਸੀਂ ਆਪਣਾ ਇੱਥੇ ਆਣ ਕੇ ਫਸਟ ਔਰ ਲਾਸਟ ਰੈਂਟ ਪੇ ਕਰ ਦੋ, ਤੇ ਨਾਲ ਦੀ ਨਾਲ ਗਰੋਸਰੀਜ਼ ਕਰ ਲਓ, ਤੇ ਫਿਰ ਸਾਈਡ ਬਾਈ ਸਾਈਡ ਤੁਹਾਡੇ ਕੋਲ 1 ਮਹੀਨਾ ਹੋਏਗਾ ਜੋਬ ਲੱਭਣ ਦਾ, ਤੇ ਉਹਦੇ ਵਿੱਚ ਜੋਬ ਲੱਭ ਲਓ, ਤੇ ਤੁਹਾਨੂੰ 20 ਘੰਟੇ ਦੇ ਵਿੱਚ ਤੁਹਾਨੂੰ ਜਿਹੜੇ ਤੁਸੀਂ 20 ਘੰਟੇ ਕੰਮ ਕਰਨਾ ਹਫਤੇ ਦਾ, ਉਹਦੇ ਨਾਲ ਤੁਹਾਡਾ ਇੱਥੇ ਤੁਸੀਂ ਮੰਥਲੀ $200-300 ਸੇਵ ਕਰ ਲੋਗੇ। ਤਾਂ ਆਈਫੋਨ ਲੈ ਕੇ ਸੇਵ ਕਰੋਗੇ, ਟੈਨਸ਼ਨ ਨਹੀਂ, ਆਈਫੋਨ ਨਹੀਂ, ਮਤਲਬ ਜੇ ਤੁਸੀਂ ਬੇਸਿਕ ਖਰਚੇ ਕਰ ਰਹੇ ਹੋ, ਅਗਰ ਤੁਸੀਂ ਆਂਦੇ ਹੀ ਆਪਣਾ ਆਈਫੋਨ ਦੇਖ ਰਹੇ ਹੋ, ਆਪਣੀ ਗੱਡੀਆਂ ਦੇਖ ਰਹੇ ਹੋ, ਕਾਰਾਂ ਦੇਖ ਰਹੇ ਹੋ, ਫਿਰ ਤਾਂ ਖਰਚੇ ਵਧਣੇ ਹੀ ਵਧਣੇ ਆ। ਇੱਥੇ ਕਾਰ ਦਾ ਮਿਨੀਮਮ ਖਰਚਾ, ਲਾਈਕ ਜੇ ਤੁਸੀਂ ਬਰੈਂਪਟਨ ਰਹਿ ਰਹੇ ਹੋ, ਬਰੈਂਪਟਨ ਦੀ ਹੀ ਇੰਸ਼ੋਰੈਂਸ ਲੈ ਰਹੇ ਹੋ,
ਤਾਂ ਬਰੈਂਪਟਨ ਦੀ ਨਵੇਂ ਬੱਚੇ ਵਾਸਤੇ ਇੰਸ਼ੋਰੈਂਸ $400-450 ਪੈਂਦੀ ਹੈ, ਜੋ ਕਿ ਬਹੁਤ ਕੋਸਟਲੀ ਹੋ ਜਾਂਦੀ ਹੈ। ਫਿਰ ਗੱਡੀ ਦੀ ਵੀ ਕਿਸ਼ਤ ਆ ਜਾਂਦੀ ਹੈ, ਜਿਹੜੀ ਗੱਡੀ ਦੀ ਕਿਸ਼ਤ ਹੈ ਇੰਸ਼ੋਰੈਂਸ ਹੈ। ਹਾਂ, ਗੱਡੀ ਦੀ ਕਿਸ਼ਤ ਨਾਲੋਂ ਜ਼ਿਆਦਾ ਇੰਸ਼ੋਰੈਂਸ ਹੈ। ਬਾਈ ਵੀਕਲੀ ਗੱਡੀ ਦੀ ਕਿਸ਼ਤ ਇੱਥੇ $260-250 ਆਉਂਦੀ ਹੈ, ਤਾਂ ਉਹ ਵੀ ਕਾਫੀ ਮਤਲਬ ਮਹਿੰਗੀ ਪੈਂਦੀ ਹੈ। ਜੇ ਤੁਸੀਂ ਗੱਡੀ ਲੈ ਲੈਂਦੇ ਹੋ ਤਾਂ $1000 ਦਾ ਗੱਡੀ ਹੀ ਖਰਚਾ ਲੈਂਦੀ ਹੈ। ਫਿਰ ਤੁਸੀਂ ਖੁਦ ਕੈਸ਼ ਤੇ ਕੰਮ ਨੂੰ ਭੱਜੋਗੇ, ਤਾਂ ਇਸ ਤੋਂ ਵਧੀਆ ਤੁਸੀਂ ਨਾ ਕੈਸ਼ ਤੇ ਕੰਮ ਕਰੋ। ਬੱਸਾਂ ਦੇ ਵਿੱਚ ਥੋੜਾ ਜਿਹਾ ਟਾਈਮ ਹੁੰਦਾ, ਬੱਸ ਦੀ ਸਰਵਿਸ ਇੱਥੇ ਅੱਛੀ ਹੈ, 15-15 ਮਿੰਟ ਬਾਅਦ, ਅੱਧੇ ਘੰਟੇ ਬਾਅਦ ਬੱਸ ਆਉਂਦੀ ਹੈ, ਤੇ ਕਿਤੇ ਕੋਈ ਲੇਟ ਨਹੀਂ ਹੁੰਦਾ ਹੈਗਾ। ਜਿੱਦਾਂ ਤੁਸੀਂ ਬੱਸ ਤੇ ਜਾ ਰਹੇ ਹੋ ਤਾਂ ਤੁਹਾਨੂੰ ਕੋਈ ਓਨਰ ਵੀ ਨਹੀਂ ਬੋਲੇਗਾ ਕਿ ਬਈ ਹਾਂ ਤੂੰ ਕਿਉਂ ਲੇਟ ਆਇਆ ਹੈਗਾ, ਉਹ ਕੋਈ ਐਸਾ ਇਸ਼ੂ ਨਹੀਂ ਆਉਂਦਾ ਹੈਗਾ ਉਹਦੇ ਵਿੱਚ। ਨਾਲੇ ਜੇ ਤੁਸੀਂ ਇੰਡੀਆ 'ਚ ਵੀ ਹੋ, ਬਾਈ ਚਾਂਸ ਮੰਨ ਲਓ that okay ਤੁਸੀਂ ਹਾਲੇ ਕੈਨੇਡਾ ਨਹੀਂ ਮੂਵ ਕੀਤਾ, ਤੁਸੀਂ ਇੰਡੀਆ 'ਚ ਕਿਹੜੇ ਤੁਸੀਂ ਪਹਿਲੇ ਦਿਨ ਗੱਡੀ ਲੈ ਲਓਗੇ, ਰਾਈਟ? ਵੇਟ 2 ਹਾਂ, ਇਅਰਸ, ਉਹ ਤਾਂ ਹੈਗੀ ਗੱਲ। ਇਟ ਇਜ਼ ਜਸਟ ਅ ਮੈਟਰ। ਘੱਟੋ ਘੱਟ ਇੱਥੇ ਜੇ ਤੁਹਾਡੀ ਜਦੋਂ ਤੱਕ ਤੁਹਾਡੀ ਫੀਸਾਂ ਨਹੀਂ ਨਿਕਲਦੀਆਂ, ਇੱਕ ਗੱਡੀ ਹੋ ਗਿਆ, ਫੋਨ ਦਾ, ਅਗਰ ਤੁਹਾਡੇ ਕੋਲ ਉੱਥੇ ਫੋਨ ਮਤਲਬ ਕਿ ਮਾੜਾ, ਤਾਂ ਇੱਥੇ ਆਣ ਕੇ ਲੈ ਲਿਆ, ਇਟਸ ਓਕੇ। ਬਟ ਅਗਰ ਤੁਹਾਡੇ ਕੋਲ ਉੱਥੇ ਫੋਨ ਵਧੀਆ ਸੀਗਾ, ਤੁਹਾਡਾ ਠੀਕ ਕੰਮ ਚੱਲ ਰਿਹਾ, ਤਾਂ ਉਹ ਫੋਨ ਮੈਂ ਤਾਂ ਪ੍ਰੈਫਰ ਕਰਾਂਗਾ ਕਿ ਉਹੀ ਫੋਨ ਬੰਦਾ ਇੱਥੇ ਆਣ ਕੇ ਰੱਖੇ ਤੇ ਨਾ ਚੇਂਜ ਨਾ ਕਰੇ ਹਾਲੀ, ਜਦੋਂ ਤੱਕ ਆਪਣੇ ਲਾਈਕ ਆਪਾਂ ਪੈਰਾਂ ਤੇ ਨਹੀਂ ਖੜੇ ਹੁੰਦੇ। 1-1.5 ਸਾਲ ਲੱਗ ਜਾਂਦਾ ਥੋੜਾ ਜਿਹਾ ਸੈਟਅਪ ਕਰਨ ਨੂੰ। ਜਦੋਂ 1-1.5 ਸਾਲ ਬਾਅਦ ਆਪਣਾ ਜੋ ਮਰਜ਼ੀ ਕਰੇ, ਫਿਰ ਤੁਹਾਡੀ ਇੱਕ ਸੈਲਰੀ ਦੀ ਗੱਲ ਹੋਣੀ ਹੈ, ਜਿਹੜਾ ਮਰਜ਼ੀ ਫੋਨ ਲੈ ਲਓ। ਨਾਲੇ ਜੇ ਮੈਂ ਦੱਸਾਂ ਤਾਂ ਸਤਵੀਰ ਤੇ ਮੈਂ ਇੰਜੀਨੀਅਰਿੰਗ ਜਦੋਂ ਗਏ ਆ ਤਾਂ ਮੈਂ ਆਪਣੇ 골ਡਨ ਐਕਟਿਵਾ ਤੇ ਸਤਵੀਰ ਆਪਣੇ ਕਾਲੇ ਐਕਟਿਵਾ ਤੇ ਗਿਆ, ਤਾਂ ਆਪਾਂ ਇੰਡੀਆ 'ਚ ਵੀ ਤਾਂ ਐਵਰੀ ਟਾਈਮ ਕੱਟਿਆ ਹੀ ਹੈ, ਰਾਈਟ? ਜਦੋਂ ਟਾਈਮ ਸਾਰੀ ਇੱਥੇ ਆਣ ਕੇ ਕਿਹੜਾ ਯਾਰ ਆਪਾਂ ਕੋਈ ਚੇਂਜ ਹੋ ਜਾਂਦਾ, ਬਿਲਕੁਲ ਉਦਾਂ ਹੀ ਰਹਿੰਦੇ ਆ, ਲਾਈਕ ਕੁਛ ਨਹੀਂ ਚੇਂਜ ਹੁੰਦਾ। ਜਿਹੜਾ ਬੇਸਿਕਲੀ ਮੈਂ ਤਾਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ, ਤੇ ਜਿਹੜਾ ਚੰਡੀਗੜ੍ਹ ਤੋਂ ਬਰੈਂਪਟਨ ਆਉਂਦਾ ਉਹਨੂੰ ਤਾਂ ਫੀਲ ਹੀ ਨਹੀਂ ਹੋਏਗਾ ਕਿ ਮੈਂ ਬਾਹਰ ਆਇਆ। ਇੱਥੇ ਸਾਰੇ ਪੰਜਾਬੀ ਦਿਖਦੇ ਆ, ਬਸ ਲਾਈਕ ਇਦਾਂ ਕਰ ਦੋ ਕਿ ਚੰਡੀਗੜ੍ਹ ਦੇ ਵੀ ਥੋੜੇ ਜਿਹੇ ਗੋਰੇ ਐਡ ਕਰ ਦੋ ਐਸ ਕੰਪੇਅਰ ਟੂ ਉਹੀ ਸੇਮ ਚੀਜ਼ ਇੱਥੇ ਬਰੈਂਪਟਨ 'ਚ ਹੈ। ਤੁਹਾਨੂੰ 2 ਘਰ ਛੱਡੋ ਤਾਂ ਪੰਜਾਬੀ ਦਾ ਘਰ ਹੈ। ਨਾਈਸ। ਤਾਂ ਮਤਲਬ ਚੰਡੀਗੜ੍ਹ 'ਚ ਗੋਰੇ ਪਾ ਦੋ, ਬਰੈਂਪਟਨ ਬਣ ਗਿਆ। ਬਰੈਂਪਟਨ ਬਣ ਜਾਏਗਾ ਉਹ। ਉਦਾਂ ਹੀ ਸੜਕਾਂ ਖੁੱਲੀਆਂ, ਉਦਾਂ ਹੀ ਸੇਮ ਕੁਛ ਹੈ। ਥੋੜੀ ਜਿਹੀ ਇੱਥੇ ਬਰੈਂਪਟਨ 'ਚ ਸੜਕ ਬੜੀ ਹੋ ਜਾਂਦੀ ਹੈ ਤੇ ਟ੍ਰੈਫਿਕ ਘੱਟ ਹੈ, ਬਾਕੀ ਬਿਲਕੁਲ ਸੇਮ ਚੀਜ਼ ਹੈ। ਉਦਾਂ ਦੇ ਹੀ ਲੋਕ ਹੈ, ਉਦਾਂ ਦੇ ਸਭ ਕੁਛ ਹੈ, ਫੂਡ ਵੀ ਬਿਲਕੁਲ ਇੰਡੀਆ ਵਰਗਾ। ਤੁਸੀਂ ਮੇਰਾ ਬਿਜ਼ਨਸ ਘਟਾ ਦੋਗੇ, ਬੱਚਿਆਂ ਨੇ ਨਾ ਵੀਡੀਓ ਦੇਖ ਕੇ ਕਹਿਣਾ ਲੈ 20 ਲੱਖ ਰੁਪਏ ਕਿਉਂ ਲੈਣਾ ਫਿਰ ਹੈ, ਚੰਡੀਗੜ੍ਹ ਘੁੰਮਣ ਚੱਲਦੇ ਆ। ਚੰਡੀਗੜ੍ਹ ਲਿਵਿੰਗ ਵਾਸਤੇ ਸਿਟੀ ਅੱਛੀ ਹੈ, ਬਟ ਬੇਸਿਕਲੀ ਅਗਰ ਤੁਸੀਂ ਅਰਨ ਕਰਨਾ ਤਾਂ ਤੁਹਾਨੂੰ ਇੱਕ ਨਾ ਇੱਕ ਦਿਨ ਆਪਣਾ ਹੋਮ ਟਾਊਨ ਤਾਂ ਛੱਡਣਾ ਹੀ ਪੈਂਦਾ। ਰਾਈਟ, ਠੀਕ ਹੈ। ਸੋ ਸਤਵੀਰ, according to, because I know you have a very big large social circle, ਤੇ ਤੁਸੀਂ ਪਿਛਲੇ 6 ਮਹੀਨੇ ਤੋਂ ਇੰਨੀ ਰਿਸਰਚ ਕੀਤੀ ਹੈ ਕਿ ਮਤਲਬ ਜਿਹਦਾ ਕੋਈ ਐਂਡ ਨਹੀਂ ਹੈ, ਰਾਈਟ? So what advice would you like to give to the students ਜਿਹੜੇ ਕਿ ਹੁਣੇ are in their process of applying or have already applied, have got their visas, got their EIPs, waiting for their EIPs? ਇਸ ਟਾਈਮ ਤਾਂ ਵੈਸੇ ਹੀ ਮੈਸ ਹੋਇਆ ਪਿਆ, ਰਾਈਟ? ਸਭ ਕੁਝ ਤਾਂ ਬੱਚਾ IRCC ਨੂੰ ਗਾਲਾਂ ਕੱਢ ਰਿਹਾ ਹੈ, ਟਵਿੱਟਰ ਤੇ ਟਵੀਟ ਕਰ ਰਿਹਾ ਹੈ, ਬੈਨ IRCC ਨੂੰ ਬੈਨ ਕਰ ਦੋ, ਸਭ ਕੁਝ ਛੱਡੋ ਪਰਾਂ, ਰਾਈਟ? ਸੋ ਜੇ IRCC ਬੈਨ ਹੋ ਗਈ, ਤੁਹਾਡਾ ਵੀਜ਼ਾ ਕਿੰਨੇ ਦੇਣਾ ਫਿਰ? ਸੋ ਕੁਝ ਵੀ ਹੋ ਰਿਹਾ ਇਸ ਟਾਈਮ, ਬਟ these things are temporary, obviously this time will pass. ਤਾਂ ਕੀ ਐਡਵਾਈਸ ਦੇਣਾ ਚਾਹੋਗੇ ਤੁਸੀਂ ਸਾਰਿਆਂ ਨੂੰ? ਮੇਰੀ ਤਾਂ ਐਡਵਾਈਸ ਇਦਾਂ ਕਿ ਜਿਨ੍ਹਾਂ ਦੇ ਕੋਲ ਤਾਂ 18 ਮਾਰਚ ਤੋਂ ਪਹਿਲਾਂ ਵੀਜ਼ਾ ਹੈਗਾ, ਤਾਂ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਇੱਧਰ ਆ ਜਾਓ। ਬਟ ਜੇ ਤੁਸੀਂ ਸੋਚਦੇ ਹੋ ਕਿ ਲਾਈਕ ਮੈਂ ਹਾਲੀ ਮਤਲਬ ਕਿ ਪ੍ਰੋਪਰ ਤਿਆਰ ਨਹੀਂ ਹੈਗਾ, ਤਾਂ ਇੱਕ ਸਮੈਸਟਰ ਆਪਣਾ ਉੱਧਰ ਤੋਂ ਕਰ ਲਓ, ਤੁਹਾਡਾ ਖਰਚਾ ਸੇਵ ਹੋਏਗਾ ਐਜ਼ ਕੰਪੇਅਰ ਟੂ ਕੈਨੇਡਾ। ਬਟ ਜੇ ਤੁਸੀਂ ਕੈਨੇਡਾ 'ਚ ਆਉਂਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਖਰਚਾ ਇੰਡੀਆ ਤੋਂ ਜ਼ਿਆਦਾ ਪਏਗਾ। ਇੱਥੇ ਕੰਮ ਵੀ ਕਰਨੇ ਪੈਂਦੇ ਹੈ ਆਪਣਾ, ਕਿਉਂਕਿ ਉੱਥੇ ਤਾਂ ਆਪਣੇ ਕੋਲ ਇੰਡੀਆ ਦੇ ਵਿੱਚ ਹਰੇਕ ਚੀਜ਼ ਬਣੀ ਹੁੰਦੀ ਹੈ, ਆਪਾਂ ਨੇ ਕੋਈ ਮਤਲਬ ਚੱਕ ਕੇ ਸਮਾਨ ਨੂੰ ਯੂਜ਼ ਹੀ ਕਰਨਾ ਹੁੰਦਾ। ਬੇਸਿਕਲੀ ਮੰਮੀ ਨੂੰ ਬੋਲ ਦੇਣਾ ਕਿ ਮੰਮੀ ਚਾਹ ਲਿਆ, ਤੇ ਮੰਮੀ ਨੇ ਚਾਹ ਲਿਆਣ ਕੇ ਦੇ ਦੇਣੀ ਹੈ। ਇੱਥੇ ਦਾ ਸਵੇਰੇ ਦੇਖਣਾ ਪੈਂਦਾ, ਉੱਠੇ ਹੈ ਕਿ ਯਾਰ ਚਾਹ ਵੀ ਆਪਣੇ ਆਪ ਬਣਾਉਣੀ ਪੈਣੀ ਹੈ। ਮਤਲਬ ਕਿ ਇਹ ਚੀਜ਼ਾਂ ਦਾ ਦੇਖੋ ਇੱਕ ਇਮੋਸ਼ਨਲੀ ਆਪਾਂ ਮਿਸ ਕਰਦੇ ਹਾਂ। ਮਦਰ ਫਾਦਰ ਹੋ ਗਏ, ਆਪਣੇ ਯਾਰ ਦੋਸਤ ਹੋ ਗਏ, ਜਿਵੇਂ ਆਪਾਂ ਉੱਥੇ ਆਪਣੇ ਸੋਸ਼ਲ ਲਾਈਫ ਹੁੰਦੀ ਹੈ, ਸ਼ਾਮ ਨੂੰ ਸਾਰੇ ਇਕੱਠੇ ਹੋ ਗਏ। ਇੱਥੇ ਕਿਸੇ ਕੋਲ ਟਾਈਮ ਨਹੀਂ ਹੁੰਦਾ ਹੈਗਾ, ਕੋਈ ਸ਼ਿਫਟ ਤੋਂ ਆ ਰਿਹਾ, ਕੋਈ ਜਾ ਰਿਹਾ, ਤੇ ਸੋਸ਼ਲ ਲਾਈਫ ਤਾਂ ਇੱਥੇ ਥੋੜੀ ਜਿਹੀ ਜਿੱਦਾਂ ਸਟੂਡੈਂਟਸ ਹੈ ਉਹਨਾਂ ਦੀ ਤਾਂ ਬਹੁਤ ਘੱਟ ਹੈ। ਬਟ ਬਾਅਦ ਦੇ ਵਿੱਚ ਜਿਵੇਂ ਵਰਕ ਪਰਮਿਟ ਵਾਲਿਆਂ ਨੂੰ ਦੇਖਦਾ, ਮੈਂ PR ਵਾਲਿਆਂ ਨੂੰ ਦੇਖਦਾ, ਉਹ ਆਪਣਾ ਵੀਕਐਂਡ ਤੇ ਪੂਰਾ ਫਨ ਕਰਦੇ ਹੈ ਤੇ ਉਹ ਇੰਜੋਏ ਕਰਦੇ ਹੈ। ਤੇ ਮੇਰੀ ਨਾਲੇ ਬੱਚਿਆਂ ਨੂੰ ਇਹੀ ਐਡਵਾਈਸ ਹੈ ਕਿ ਆਪਣੇ ਕਾਲਜ ਨੂੰ ਬੋਲੋ ਕਿ ਸਪੋਰਟ ਲੈਟਰ ਵਗੈਰਾ ਦੇ ਤੇ ਉਹ ਆ ਜਾਣ। ਤੇ ਜਿਨ੍ਹਾਂ ਨੇ ਹਾਲੇ ਵੀਜ਼ਾ ਨਹੀਂ ਲਾਏ, ਇਸ ਟਾਈਮ AIP ਸਟੇਜ ਬਣਦੀ ਹੈ ਨਾ, ਉਹ ਈਜ਼ਲੀ ਆ ਰਹੀ ਹੈ। ਜਿਨ੍ਹਾਂ ਦੇ ਗੈਪ ਵੀ ਸੀਗੇ, ਹੋਰ ਵੀ ਸੀਗਾ, ਮੇਰੇ ਨਾਲ ਕਾਫੀ ਸਟੂਡੈਂਟਸ ਕੰਟੈਕਟ ਦੇ ਵਿੱਚ ਸੀਗੇ ਤੇ ਉਹਨਾਂ ਦੀ AIP ਆਈ ਹੈ। ਈਵਨ ਇੱਕ ਬੱਚੇ ਦਾ 7 ਸਾਲ ਦਾ ਗੈਪ ਸੀਗਾ ਤੇ ਉਹਦੀ ਵੀ AIP ਆ ਗਈ। ਤਾਂ ਮੈਂ ਇਸ ਟਾਈਮ ਤੇ ਐਡਵਾਈਸ ਕਰਾਂਗਾ ਕਿ ਸਾਰੇ ਬੱਚੇ ਆਪਣੀ AIP ਤਾਂ ਲੈ ਕੇ ਰੱਖ ਕੇ ਆਨਲਾਈਨ ਕਲਾਸਿਸ ਇੱਕ ਸਮੈਸਟਰ ਲਗਾ ਲਓ। ਮੇਬੀ ਦਸੰਬਰ ਤੱਕ ਤਾਂ
ਵੀਜ਼ਾ ਖੁੱਲੀ ਜਾਣਗੇ ਮੋਸਟ ਪ੍ਰੋਬਬਲੀ ਦਸੰਬਰ ਨਹੀਂ ਤਾਂ ਨਵੰਬਰ ਦਸੰਬਰ ਦੇ ਵਿੱਚ ਖਬਰਾਂ ਆਉਂਦੀਆਂ ਕਿ VFS ਖੁੱਲ ਜਾਏਗਾ, ਤਾਂ ਫਿਰ ਨਾਲ ਦੀ ਨਾਲ ਤੁਸੀਂ ਇੱਧਰ ਆ ਜਾਓ, ਨਾਲ ਇੱਕ ਸਮੈਸਟਰ ਲੱਗ ਜਾਏਗਾ, ਕੋਸਟ ਬਚੇਗੀ, ਲਿਵਿੰਗ ਕੋਸਟ ਬਚੇਗੀ, ਤੁਹਾਡੀ GIC ਸੇਵ ਹੋਏਗੀ। ਹੁਣ ਜਿੱਦਾਂ ਸਾਡੇ ਵਰਗੇ ਆਉਂਦੇ ਤਾਂ ਉਹ GIC ਸੇਵ ਕਰਨੀ ਥੋੜੀ ਜਿਹੀ ਡਿਫਿਕਲਟ ਹੋ ਜਾਂਦੀ ਹੈ ਸਟਾਰਟਿੰਗ 'ਚ, ਜੇ ਨਾ ਕੰਮ ਮਿਲੇ। ਅਗਰ ਕੰਮ ਮਿਲ ਗਈ ਫਿਰ ਤੁਹਾਨੂੰ GIC ਸੇਵ ਕਰਨੀ ਈਜ਼ੀ ਹੈ। ਉਹ ਬਿਨਾਂ ਰੈਫਰੈਂਸ ਤੋਂ ਕੰਮ ਲੱਭਣਾ ਥੋੜਾ ਜਿਹਾ ਇਸ ਟਾਈਮ ਤੇ ਡਿਫਿਕਲਟ ਹੈ, ਕਿਉਂਕਿ ਸਾਰੀ ਮਾਰਕੀਟ 'ਚ ਰਿਸੈਸ਼ਨ ਆਇਆ ਹੋਇਆ, ਤੇ ਜਿਹੜੇ ਆਪਣੇ ਇੰਡੀਅਨਸ ਆਉਂਦੇ ਆ ਉਹ ਬੇਸਿਕਲੀ ਇੱਥੇ ਹੋਟਲਸ ਵਗੈਰਾ 'ਚ ਕੰਮ ਕਰਦੇ, ਤੇ ਹੁਣ ਲੋਕ ਅਵਾਇਡ ਕਰਦੇ ਆ ਹੋਟਲਸ ਵਗੈਰਾ ਤੇ ਜਾਣ ਤੇ ਉੱਥੇ ਕੰਮ ਥੋੜਾ ਜਿਹਾ ਘਟਿਆ ਹੋਇਆ। ਤਾਂ ਮੇਰੀ ਤਾਂ ਇਹੀ ਐਡਵਾਈਸ ਰਹੇਗੀ ਕਿ ਜਿਨ੍ਹਾਂ ਦੀ AIP ਆਈ ਹੈ ਜਾਂ ਜਿਨ੍ਹਾਂ ਦਾ ਮਤਲਬ ਕਿ ਜੇ ਤੁਸੀਂ ਆਣਾ ਤਾਂ ਤੁਹਾਡੀ ਮਰਜ਼ੀ ਹੈ, ਬਟ ਐਜ਼ ਕੰਪੇਅਰ ਟੂ ਮਾਈ ਐਡਵਾਈਸ ਤੇ ਤੁਸੀਂ ਉੱਥੇ ਆਪਣਾ ਉੱਥੇ ਰੁਕ ਕੇ ਕੰਮ ਕਰ ਮਤਲਬ ਉੱਥੇ ਰੁਕ ਕੇ ਇੱਕ ਸਮੈਸਟਰ ਲਾ ਲਓ ਤਾਂ ਉਹ ਜ਼ਿਆਦਾ ਐਡਵਾਈਸੇਬਲ ਹੈ। Right. Okay. ठीक है. So thank you very much, Satvir, and I hope that you. Thank you, bro. Right. Thanks a lot.